हाँ जी, ਆਪਾਂ ਹਾਜ਼ਰ ਹਾਂ ਜੀ CDP ਦੀ ਨਵੀਂ ਕਲਾਸ ਲੈ ਕੇ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਚੈਪਟਰ ਕਰਨ ਵਾਲੇ ਹਾਂ ਜੀ ਜੈਂਡਰ, ਜਿਹੜਾ ਕਿ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਚੈਪਟਰ ਹੈ ਜੀ। CDP ਦਾ ਜਿਹੜਾ ਸਿਲੇਬਸ ਹੈ ਉਹ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਜੀ। ਇੱਥੇ ਤੱਕ ਆਪਣਾ ਜਿਹੜੇ ਚੈਪਟਰ ਨੇ ਉਹ ਕਵਰ ਹੋ ਚੁੱਕੇ ਨੇ ਜੀ। ਆਹ ਲਾਸਟ ਚੈਪਟਰ ਜਿਹੜਾ ਆਪਾਂ ਨੇ ਕਰਿਆ ਸੀ ਲੈਂਗੁਏਜ ਐਂਡ ਥੋਟ ਤੱਕ, ਇਹ ਸਾਰਾ ਸਿਲੇਬਸ ਆਪਣਾ ਕਵਰ ਹੋ ਚੁੱਕਿਆ ਹੈ। ਅੱਜ ਦਾ ਜਿਹੜਾ ਚੈਪਟਰ ਹੈ ਉਹ ਆਪਾਂ ਕਰਨ ਵਾਲੇ ਹਾਂ ਜੀ ਇਹ ਵਾਲਾ, ਜੈਂਡਰ ਐਜ਼ ਅ ਸੋਸ਼ਲ ਕੰਸਟਰਕਟ। ਵੈਰੀ ਇੰਪੋਰਟੈਂਟ ਚੈਪਟਰ ਹੈ ਜੀ। ਜੇਕਰ ਤੁਸੀਂ ਪਿਛਲੀ ਕਲਾਸਿਸ ਨਹੀਂ ਲਗਾਈਆਂ ਤਾਂ ਸਟੈਪ ਬਾਏ ਸਟੈਪ ਡੇਲੀ ਰੈਗੂਲਰ ਕਲਾਸਿਸ ਜਿਹੜੀਆਂ ਨੇ ਉਹ ਲੱਗ ਰਹੀਆਂ ਨੇ, ਠੀਕ ਹੈ, ਤਾਂ ਉਹਨਾਂ ਨੂੰ ਵੀ ਜਿਹੜਾ ਤੁਸੀਂ ਜ਼ਰੂਰ ਅਟੈਂਡ ਕਰੋ। ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ। ਤਾਂ ਜਿਵੇਂ ਕਿ ਤੁਹਾਨੂੰ ਨਾਮ ਤੋਂ ਹੀ ਪਤਾ ਲੱਗ ਰਿਹਾ ਚੈਪਟਰ ਦਾ, ਜੈਂਡਰ ਐਜ਼ ਅ ਸੋਸ਼ਲ ਕੰਸਟਰਕਟ, ਯਾਨੀ ਕਿ ਆਪਾਂ ਅੱਜ ਦੇ ਇਸ ਚੈਪਟਰ 'ਤੇ ਮੇਨ ਗੱਲ ਕਰਾਂਗੇ ਲਿੰਗ ਦੇ ਉੱਤੇ, ਜੈਂਡਰ ਦੇ ਉੱਤੇ, ਠੀਕ ਹੈ, ਕਿ ਕਿਸ ਤਰੀਕੇ ਨਾਲ ਇਹ ਜਿਹੜਾ ਸਮਾਜ ਦੇ ਵਿੱਚ ਇਸ ਨੂੰ ਵਿਚਾਰਿਆ ਜਾਂਦਾ ਹੈ, ਕਿਸ ਤਰੀਕੇ ਨਾਲ ਇਹਦੀ ਜਿਹੜੀ ਹੈ ਕਹਿ ਲਓ ਵੀ ਤੁਸੀਂ ਸੰਰਚਨਾ ਹੁੰਦੀ ਹੈ। ਕਲੀਅਰ ਹੈ? ਤਾਂ ਹੁਣ ਦੇਖੋ, ਸਭ ਤੋਂ ਪਹਿਲਾਂ ਆਪਾਂ ਨੂੰ ਇੱਕ ਵਰਡ ਸਮਝਣ ਦੀ ਜਿਹੜੀ ਜ਼ਰੂਰਤ ਹੈ ਸਟਾਰਟਿੰਗ ਦੇ ਵਿੱਚ ਹੀ, ਉਹ ਹੈਗਾ ਇਕੁਐਲਿਟੀ। ਠੀਕ ਹੈ, ਇਕੁਐਲਿਟੀ ਕੀ ਹੁੰਦਾ ਹੈ? ਇਕੁਐਲਿਟੀ ਹੁੰਦਾ ਹੈ ਜੀ ਸਮਾਨਤਾ, ਬਰਾਬਰਤਾ, ਯਾਨੀ ਜਿਸ ਦੇ ਵਿੱਚ ਭੇਦਭਾਵ ਨਹੀਂ ਹੁੰਦਾ। ਹੁਣ ਦੇਖੋ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ ਨਾ, ਦੋਨੋਂ ਚੀਜ਼ਾਂ ਕੀ ਨੇ? ਬਰਾਬਰ ਨੇ, ਠੀਕ ਹੈ, ਜਿਸ ਦੇ ਵਿੱਚ ਕੋਈ ਭੇਦਭਾਵ ਨਹੀਂ ਹੈਗਾ, ਬਿਲਕੁਲ ਸਮਾਨ ਨੇ। ਤਾਂ ਠੀਕ ਹੈ ਜੀ, ਇਕੁਐਲਿਟੀ ਯਾਨੀ ਸਮਾਨਤਾ, ਬਰਾਬਰਤਾ, ਜਿਸ ਦੇ ਵਿੱਚ ਕੋਈ ਵੀ ਵਿਤਕਰਾ ਨਾ ਹੋਵੇ, ਭੇਦਭਾਵ ਰਹਿਤ ਹੋਵੇ। ਕਲੀਅਰ ਹੈ? ਤਾਂ ਇੱਥੇ ਤੁਸੀਂ ਦੋ ਟਰਮਸ ਦੇਖੋਗੇ ਜੀ। ਇੱਥੇ ਤੁਸੀਂ ਦੇਖ ਸਕਦੇ ਹੋ, ਇੱਕ ਜੈਂਡਰ ਹੈ ਜੀ ਅਤੇ ਇੱਕ ਸੈਕਿੰਡ ਟਰਮ ਹੈ, ਠੀਕ ਹੈ। ਦੋ ਟਰਮਸ ਨੇ ਜੀ ਤੁਹਾਡੇ ਕੋਲ ਸਕਰੀਨ 'ਤੇ। ਇਹਨਾਂ ਦੋਹਾਂ ਨੂੰ ਸਮਝਣਾ ਜ਼ਰੂਰੀ ਹੈ। ਕਲੀਅਰ ਹੈ? ਬਹੁਤ ਬਾਰੀਕੀ ਜਿਹਾ ਡਿਫਰੈਂਸ ਹੈ ਜੀ ਦੋਹਾਂ ਦੇ ਅੰਦਰ। ਹੁਣ ਦੇਖੋ, ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਜੈਂਡਰ ਦੀ। ਜੈਂਡਰ ਕੀ ਹੁੰਦਾ ਜੀ? ਤਾਂ ਦੇਖੋ, ਜੈਂਡਰ ਨੂੰ ਹਮੇਸ਼ਾ ਆਪਾਂ ਕਹਾਂਗੇ ਸੋਸ਼ਲ ਕੰਸਟਰਕਟ। ਕੀ ਕਹਾਂਗੇ ਆਪਾਂ? ਸੋਸ਼ਲ ਕੰਸਟਰਕਟ, ਯਾਨੀ ਕਿ ਸਮਾਜਿਕ ਸੰਰਚਨਾ, ਪੰਜਾਬੀ ਦੇ ਵਿੱਚ ਸਮਾਜਿਕ ਸੰਰਚਨਾ। ਜਦ ਕਿ ਜਿਹੜਾ ਦੂਜਾ ਟਰਮ ਹੈ ਆਪਣੇ ਕੋਲ, ਠੀਕ ਹੈ, ਲਿੰਗ, ਉਸਨੂੰ ਆਪਾਂ ਕਹਾਂਗੇ ਬਾਇਓਲੋਜੀਕਲ ਕੰਸਟਰਕਟ। ਕੀ ਕਹਾਂਗੇ ਆਪਾਂ? ਬਾਇਓਲੋਜੀਕਲ ਕੰਸਟਰਕਟ। ਕਲੀਅਰ ਹੈ? ਦੋ ਚੀਜ਼ਾਂ ਸਮਝ ਆ ਗਈਆਂ। ਜੈਂਡਰ ਅਤੇ ਇਹਨਾਂ ਦੋਹਾਂ ਦੇ ਵਿੱਚ ਤੁਹਾਨੂੰ ਫ਼ਰਕ ਪਤਾ ਹੋਣਾ ਚਾਹੀਦਾ ਹੈ। ਇਹਨੂੰ ਆਪਾਂ ਸਮਾਜਿਕ ਸੰਰਚਨਾ ਵੀ ਕਹਿ ਦਿੰਦੇ ਹਾਂ ਅਤੇ ਇਸ ਨੂੰ ਆਪਾਂ ਬਾਇਓਲੋਜੀਕਲ ਕੰਸਟਰਕਟ ਜਾਂ ਫਿਰ ਜੈਵਿਕ ਸੰਰਚਨਾ ਕਹਿ ਸਕਦੇ ਹਾਂ। ਕਲੀਅਰ ਹੈ? ਹੁਣ ਦੇਖੋ, ਇਹਨਾਂ ਦੋਹਾਂ ਦੇ ਵਿੱਚ ਕੀ ਫ਼ਰਕ ਹੈ। ਹੁਣ ਜਿਹੜਾ ਆਪਣੇ ਕੋਲ ਜੈਂਡਰ ਹੈ, ਦੇਖੋ, ਜਿਹੜਾ ਜੈਂਡਰ ਹੁੰਦਾ ਹੈ ਉਹ ਆਪਾਂ ਕੀ ਕਰਦੇ ਹਾਂ, ਉਹ ਆਪਾਂ ਸੋਸ਼ਲਾਈਜੇਸ਼ਨ ਦੇ ਥਰੂ ਸਿੱਖਦੇ ਹਾਂ ਉਹਨੂੰ। ਕਲੀਅਰ ਹੈ? ਐਗਜ਼ਾਮਪਲ ਦੇ ਤੌਰ 'ਤੇ ਇੱਥੇ ਤੁਸੀਂ ਦੇਖ ਸਕਦੇ ਹੋ, ਵੂਮਨ ਐਂਡ ਮੈਨ ਕੈਨ ਵਰਕ ਐਜ਼ ਟੀਚਰਸ। ਹੁਣ ਦੇਖੋ, ਮੈਂ ਤੁਹਾਨੂੰ ਕਹਿਤਾ ਵੀ ਕੋਈ ਵਿਅਕਤੀ ਆ ਉਹ ਟੀਚਰ ਹੈ, ਤਾਂ ਉਹ ਇੱਕ ਵੂਮਨ ਵੀ ਹੋ ਸਕਦਾ ਹੈ, ਇੱਕ ਮੈਨ ਵੀ ਹੋ ਸਕਦਾ ਹੈ, ਟੀਚਰ ਹੈ ਨਾ। ਜਾਂ ਫਿਰ ਆਪਾਂ ਕਹਿ ਲਈਏ ਵੀ ਇੰਜੀਨੀਅਰ ਹੈ, ਤਾਂ ਉਹ ਇੱਕ ਵੂਮਨ ਵੀ ਹੋ ਸਕਦੀ ਹੈ, ਮੈਨ ਵੀ ਹੋ ਸਕਦਾ ਹੈ। ਤਾਂ ਜਿਹੜਾ ਜੈਂਡਰ ਹੈ ਉਹਦੇ ਵਿੱਚ ਆਪਾਂ ਇਨਕਲੂਡ ਕਰਦੇ ਹਾਂ ਜੋ ਸਮਾਜ ਦੇ ਵਿੱਚ ਕੰਮ ਕਰ ਰਹੇ ਨੇ, ਨਾ ਕਿ ਉਹਨਾਂ ਦਾ ਇੱਕ ਆਪਾਂ ਜਿਹੜਾ ਬੋਡੀ ਪੱਖੋਂ ਆਪਾਂ ਕਹਿ ਦਿੰਦੇ ਹਾਂ ਵੀ ਇੱਕ ਮੁੰਡਾ ਇੱਕ ਕੁੜੀ ਆ, ਉਵੇਂ ਲੈ ਕੇ ਨਹੀਂ ਚੱਲ ਰਹੇ ਆਪਾਂ। ਇਹਨੂੰ ਚੱਲ ਰਹੇ ਹਾਂ ਵੀ ਜੋ ਉਹ ਸਮਾਜ ਦੇ ਵਿੱਚ ਕੰਮ ਕਰ ਰਿਹਾ ਉਸ ਤਰੀਕੇ ਨਾਲ। ਕਲੀਅਰ ਹੈ? ਇੱਥੇ ਸਮਝ ਆ ਗਈ? ਜਦ ਕਿ ਜਿਹੜਾ ਦੂਜਾ ਟਰਮ ਹੈ ਆਪਣੇ ਕੋਲ, ਜੋ ਕਿ ਬਾਇਓਲੋਜੀਕਲ ਸੰਰਚਨਾ ਹੈ, ਉਸਦੇ ਦੁਆਰਾ ਸਿਰਫ ਇੱਕ ਬਰਥ ਦਿੱਤਾ ਜਾ ਸਕਦਾ ਹੈ। ਠੀਕ ਹੈ? ਇਹ ਕੀ ਸੀ? ਇਹਨੂੰ ਸਮਾਜੀਕਰਨ ਦੇ ਦੁਆਰਾ ਸਿੱਖਦੇ ਹਾਂ, ਲੇਕਿਨ ਇਹ ਕੀ ਹੈ? ਬਰਥ ਦੇ ਦੁਆਰਾ ਆਉਂਦਾ ਹੈ। ਕਲੀਅਰ ਹੈ? ਐਗਜ਼ਾਮਪਲ ਦੇ ਤੌਰ 'ਤੇ ਤੁਸੀਂ ਦੇਖ ਸਕਦੇ ਹੋ, ਓਨਲੀ ਵੂਮਨ ਕੈਨ ਗਿਵ ਬਰਥ। ਜਿਹੜਾ ਆਪਣੇ ਕੋਲ ਸੈਕਿੰਡ ਟਰਮ ਹੈ ਉਹਦੇ ਵਿੱਚ ਆਪਾਂ ਨੂੰ ਪਤਾ ਹੈ, ਕਲੀਅਰ ਹੈ, ਵੀ ਹਾਂ ਓਨਲੀ ਵੂਮਨ ਕੈਨ ਗਿਵ ਬਰਥ। ਕਲੀਅਰ ਹੈ? ਠੀਕ ਹੈ, ਤਾਂ ਦੇਖੋ, ਇਹ ਤਾਂ ਚੇਂਜ ਹੋ ਸਕਦਾ ਹੈ, ਕੈਨ ਬੀ ਚੇਂਜਡ, ਲੇਕਿਨ ਇਹ ਨਹੀਂ ਚੇਂਜ ਹੋ ਸਕਦਾ ਕਿ ਆਪਾਂ ਇੱਕ ਗਰਲ ਤੋਂ ਬੋਏ ਬਣ ਸਕਦੇ ਹਾਂ ਜਾਂ ਬੋਏ ਤੋਂ ਗਰਲ ਬਣ ਸਕਦੇ ਹਾਂ। ਨੋ। ਕਿਉਂ? ਕਿਉਂਕਿ ਉਹ ਉਸਨੂੰ ਨੈਚੁਰਲੀ ਆ ਉਹਦੇ ਕੋਲ, ਹੈ ਨਾ, ਬਾਇਓਲੋਜੀਕਲ ਕੰਸਟਰਕਟ ਹੈ ਉਹਦਾ। ਲੇਕਿਨ ਜਿਹੜਾ ਜੈਂਡਰ ਹੈ ਉਹ ਚੇਂਜ ਹੋ ਸਕਦਾ ਹੈ। ਕਿਵੇਂ? ਦੇਖੋ, ਇਹਦੇ ਵਿੱਚ ਐ ਨਹੀਂ ਹੈਗਾ ਵੀ ਆਪਾਂ ਇੱਕ ਲਿੰਗ ਨੂੰ ਜਿਹੜਾ ਕਹਿ ਲਓ ਵੀ ਡਿਸਕਰਾਈਬ ਕਰ ਰਹੇ ਹਾਂ। ਨੋ, ਇਹਦੇ ਵਿੱਚ ਆਪਾਂ ਇੱਕ ਸਮਾਜਿਕ ਸੰਰਚਨਾ ਡਿਸਕਰਾਈਬ ਕਰ ਰਹੇ ਹਾਂ। ਕੋਈ ਵੀ ਪ੍ਰੋਫੈਸ਼ਨਲ ਆ, ਇੱਕ ਆਪਾਂ ਕਹਿ ਦਿੰਦੇ ਹਾਂ ਡਾਕਟਰ ਹੈ, ਤਾਂ ਉਹ ਇੱਕ ਲੇਡੀ ਡਾਕਟਰ ਵੀ ਹੋ ਸਕਦੀ ਹੈ ਨਾ, ਇੱਕ ਜੈਂਟਸ ਡਾਕਟਰ ਵੀ ਹੋ ਸਕਦਾ ਹੈ। ਤਾਂ ਉਹ ਕੀ ਹੋ ਗਿਆ? ਉਹ ਜੈਂਡਰ ਹੋ ਗਿਆ। ਕਲੀਅਰ ਹੈ? ਦੋਨਾਂ ਦੇ ਵਿੱਚ ਆਈ ਹੋਪ ਤੁਹਾਨੂੰ ਜਿਹੜਾ ਇਹ ਡਿਫਰੈਂਸ ਹੈ ਉਹ ਕਲੀਅਰ ਹੋ ਗਿਆ ਹੋਣਾ। ਹੁਣ ਦੇਖੋ, ਇਸ ਤੋਂ ਬਾਅਦ ਆਪਾਂ ਅੱਗੇ ਦੇਖਦੇ ਹਾਂ। ਇੱਥੇ ਤੁਸੀਂ ਕਲੈਰੀਫਿਕੇਸ਼ਨ ਦੇਖ ਸਕਦੇ ਹੋ ਜੀ ਦੋਹਾਂ ਦੇ ਵਿੱਚ। ਠੀਕ ਹੈ, ਜੋ ਵੀ ਜੈਂਡਰ ਦੇ ਵਿੱਚ ਟਰਮਸ ਆਉਂਦੀਆਂ ਨੇ ਉਹ ਸਾਰੀਆਂ ਇਹਦੇ ਵਿੱਚ ਆ ਜਾਣਗੀਆਂ ਅਤੇ ਦੂਜਾ ਟਰਮਸ ਜਿਹੜਾ ਆਪਣੇ ਕੋਲ ਸਕਰੀਨ 'ਤੇ ਹੈ। ਕਲੀਅਰ ਹੈ? ਦੋਨਾਂ ਦੇ ਵਿੱਚ ਫ਼ਰਕ ਹੈ ਬਹੁਤ ਬਾਰੀਕੀ ਜਾ। ਇਸ ਤੋਂ ਬਾਅਦ ਇੱਕ ਲੇਡੀ ਹੋਏ ਨੇ ਜੀ, ਉਹਨਾਂ ਦਾ ਨਾਮ ਸੀ ਸਿਮੋਨਾ ਡੀ ਬਿਹੇਵੀਅਰ। ਇੱਥੇ ਤੁਸੀਂ ਨਾਮ ਦੇਖ ਸਕਦੇ ਹੋ। ਇਹਨਾਂ ਨੇ ਇੱਕ ਬੁੱਕ ਲਿਖੀ ਸੀ ਜਿਸ ਦਾ ਨਾਮ ਇਹ ਹੈ, ਠੀਕ ਹੈ, ਨਾਲ ਨਾਮ ਵੀ ਮੈਂਸ਼ਨ ਕੀਤਾ ਗਿਆ ਹੈ। ਤਾਂ ਇਹ ਬੁੱਕ ਜਿਹੜੀ ਇਹਨਾਂ ਦੇ ਦੁਆਰਾ ਲਿਖੀ ਗਈ ਸੀ, ਕੁਐਸਚਨ ਆ ਸਕਦਾ ਹੈ ਕਿ ਇਹ ਜਿਹੜੀ ਬੁੱਕ ਹੈ ਇਹ ਕਿਸ ਦੇ ਦੁਆਰਾ ਲਿਖੀ ਗਈ ਹੈ? ਤਾਂ ਇਹ ਲਿਖੀ ਗਈ ਹੈ ਸਿਮੋਨਾ ਡੀ ਬਿਹੇਵੀਅਰ ਦੁਆਰਾ। ਠੀਕ ਹੈ, ਇਹ ਇੰਪੋਰਟੈਂਟ ਹੈ, ਧਿਆਨ ਦੇ ਨਾਲ ਨੋਟ ਕਰ ਲਿਓ। ਹੁਣ ਦੇਖੋ, ਆਪਾਂ ਜਿਹੜੀ ਇਹ ਚੈਪਟਰ ਕਰ ਰਹੇ ਹਾਂ ਇਹਦਾ ਟੀਚਿੰਗ ਡਿਪਾਰਟਮੈਂਟ ਦੇ ਵਿੱਚ ਜਾਂ ਟੀਚਿੰਗ ਵਾਲੇ ਪ੍ਰੋਫੈਸ਼ਨ ਦੇ ਵਿੱਚ ਕੀ ਇਹਦਾ ਇੰਪੈਕਟ ਪੈਂਦਾ ਹੈ, ਕਿਉਂ ਇੰਪੋਰਟੈਂਟ ਹੈ, ਤਾਂ ਇਹਦੇ ਲਈ ਤੁਸੀਂ ਇੱਥੇ ਜਿਹੜਾ ਪੜ੍ਹ ਸਕਦੇ ਹੋ। ਠੀਕ ਹੈ, ਇਹ ਜਿਹੜੀ ਹੈ
ਆਪਾਂ ਜਦੋਂ ਮੰਨ ਲਓ ਵੀ ਕੋਈ ਵੀ ਆਪਾਂ ਕੋਰਸ ਕਰਦੇ ਹਾਂ, ਚਾਹੇ ਉਹ ETT ਲੈਵਲ ਦਾ ਕਰਦੇ ਹਾਂ, ਮਾਸਟਰ ਕੈਡਰ ਲੈਵਲ ਦਾ ਕਰਦੇ ਹਾਂ, ਹੈ ਨਾ, ਸਾਰਿਆਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਕਾਮਨ ਹੁੰਦੀਆਂ ਨੇ। ਸਾਰਿਆਂ ਦੇ ਵਿੱਚ ਜਿਹੜਾ ਪੁਆਇੰਟਸ ਹੈ ਨਾ ਟੌਪਿਕ ਨੂੰ ਲੈ ਕੇ ਗੱਲਾਂ ਬਾਤਾਂ ਦੇਖਣ ਨੂੰ ਮਿਲਦੀਆਂ ਨੇ। ਕਿਉਂਕਿ ਇਹ ਜੋਬ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਜਦੋਂ ਕੋਈ ਬੱਚਾ ਕਿਸ਼ੋਰ ਅਵਸਥਾ ਦੇ ਵਿੱਚ ਜਾਂਦਾ ਹੈ ਤਾਂ ਉਸਦੇ ਵਿੱਚ ਬਹੁਤ ਸਾਰੇ ਫਿਜ਼ੀਕਲੀ ਬਾਇਓਲੋਜੀਕਲੀ ਚੇਂਜਸ ਜਿਹੜੇ ਦੇਖਣ ਨੂੰ ਮਿਲਦੇ ਨੇ, ਜਿਹਨੂੰ ਕਿ ਆਪਾਂ ਕਹਿ ਦਿੰਦੇ ਹਾਂ ਇੱਕ ਬਹੁਤ ਜ਼ਿਆਦਾ ਇੱਕ ਕਹਿ ਲਓ ਵੀ ਉੱਬੜ ਖਾਬੜ ਵਾਲੀ ਜਿਹੜੀ ਉਮਰ ਹੁੰਦੀ ਹੈ, ਜਿਸ ਦੇ ਵਿੱਚ ਜੇਕਰ ਕੋਈ ਬੱਚਾ ਸੰਭਲ ਜਾਂਦਾ ਹੈ ਤਾਂ ਉਹਦਾ ਭਵਿੱਖ ਬਣ ਜਾਂਦਾ ਹੈ, ਲੇਕਿਨ ਜੇਕਰ ਬੱਚਾ ਕੋਈ ਕਿਸੇ ਗਲਤ ਰਾਹ 'ਤੇ ਪੈ ਜਾਂਦਾ ਹੈ ਤਾਂ ਉਹਦੀ ਜਿਹੜੀ ਸਾਰੀ ਜ਼ਿੰਦਗੀ ਆ ਬਰਬਾਦ ਹੋ ਜਾਂਦੀ ਹੈ। ਇਸੇ ਕਰਕੇ ਕਹਿੰਦੇ ਨੇ ਕਿ ਜਿਹੜੀ ਕਿਸ਼ੋਰ ਅਵਸਥਾ ਹੈ ਉਹਦੇ ਵਿੱਚ ਹਮੇਸ਼ਾ ਗਾਈਡੈਂਸ ਦੇ ਥਰੂ ਚੱਲਣਾ ਚਾਹੀਦਾ ਹੈ ਨਾ। ਕਿਉਂ ਕਹਿੰਦੇ ਨੇ? ਕਿਉਂਕਿ ਇਹ ਬਹੁਤ ਹੀ ਜ਼ਿਆਦਾ ਚੰਗਾ ਅਤੇ ਬੁਰਾ ਦੋਨੋਂ ਪ੍ਰਕਾਰ ਦਾ ਜਿਹੜਾ ਇੰਪੈਕਟ ਹੈ ਉਹ ਬੱਚੇ ਦੀ ਉਮਰ 'ਤੇ ਪਾਉਂਦਾ ਹੈ। ਠੀਕ ਹੈ, ਤਾਂ ਇਸ ਕਰਕੇ ਇਹ ਜਿਹੜੀ ਐਜੂਕੇਸ਼ਨ ਹੈ ਇਹ ਬੱਚਿਆਂ ਨੂੰ ਦੇਣੀ ਇੰਪੋਰਟੈਂਟ ਹੈ। ਇਹਦੇ ਰਿਲੇਟਿਡ ਜਿਹੜੀ ਟੀਚਰਸ ਨੂੰ ਵੀ ਐਜੂਕੇਸ਼ਨ ਹੋਣੀ ਚਾਹੀਦੀ ਹੈ। ਤਾਂ ਹੀ ਤਾਂ ਇਹ ਟੌਪਿਕ ਦੇਖੋ PSTET ਕੀ ਹੈ? PSTET ਇੱਕ ਟੀਚਰ ਐਲੀਜੀਬਿਲਿਟੀ ਟੈਸਟ ਹੈ ਕਿ ਜਿਹੜਾ ਟੀਚਰ ਹੈ ਕੀ ਉਹ ਐਲੀਜੀਬਲ ਹੈਗਾ ਏ ਟੀਚਰ ਬਣਨ ਦੇ ਲਈ, ਹੈ ਨਾ। ਤਾਂ ਇਹ ਸਾਰੇ ਟੌਪਿਕਸ ਤਾਂ ਹੀ ਵਿੱਚ ਐਡ ਕੀਤੇ ਜਾਂਦੇ ਨੇ ਤਾਂ ਕਿ ਟੀਚਰ ਨੂੰ ਪ੍ਰੋਪਰ ਇਨਫੋਰਮੇਸ਼ਨ ਹੋਵੇ ਇਹਦੇ ਬਾਰੇ, ਹੈ ਨਾ। ਜੋ ਉਹਦੇ ਕੋਲ ਹੈ ਤਾਂ ਹੀ ਉਹ ਬੱਚਿਆਂ ਨੂੰ ਦਊਗਾ, ਹੈ ਨਾ, ਤਾਂ ਹੀ ਉਹ ਬੱਚਿਆਂ ਨੂੰ ਜਿਹੜਾ ਗਿਆਨ ਦੇ ਪਾਏਗਾ ਜੇਕਰ ਉਹ ਟੀਚਰ ਕੋਲ ਆਪ ਹੋਊਗਾ। ਤਾਂ ਕਰਕੇ ਇਹ ਜਿਹੇ ਟੌਪਿਕਸ ਜਿਹੜੇ ਨੇ ਐਡ ਕੀਤੇ ਜਾਂਦੇ ਨੇ। ਵੱਧਦੇ ਹਾਂ ਜੀ ਅੱਗੇ ਆਪਾਂ। ਅੱਗੇ ਇੱਕ ਟਰਮ ਹੈ ਜੀ ਆਪਣੇ ਕੋਲ ਜੈਂਡਰ ਟਾਈਪਿੰਗ। ਜੈਂਡਰ ਟਾਈਪਿੰਗ ਕੀ ਹੁੰਦੀ ਹੈ ਜੀ? ਜੈਂਡਰ ਟਾਈਪਿੰਗ ਪ੍ਰੋਜੈਕਟਸ ਸੋਸਾਇਟੀਜ਼ ਐਕਸਪੈਕਟੇਸ਼ਨਸ ਰਿਗਾਰਡਿੰਗ ਪੀਪਲਸ ਬਿਹੇਵੀਅਰ ਬੇਸਡ ਅਪੋਨ ਦੇਅਰ ਬਾਇਓਲੋਜੀਕਲ ਟਰਮ। ਠੀਕ ਹੈ, ਤਾਂ ਜੈਂਡਰ ਟਾਈਪਿੰਗ ਕੀ ਹੁੰਦਾ ਹੈ ਜੀ? ਇਹਨੂੰ ਆਪਾਂ ਜੈਂਡਰ ਰੋਲਸ ਟਾਈਪਿੰਗ ਵੀ ਕਹਿ ਦਿੰਦੇ ਹਾਂ। ਠੀਕ ਹੈ, ਇਹ ਇਨਫੈਂਸੀ ਤੋਂ ਹੀ ਸਟਾਰਟ ਹੋ ਜਾਂਦਾ ਹੈ, ਚਾਈਲਡਹੁੱਡ ਅਡਲਟਹੁੱਡ ਦੇ ਵਿੱਚ ਚੱਲਦਾ ਹੈ, ਲੇਕਿਨ ਸ਼ੁਰੂਆਤੀ ਸਾਲ ਯਾਨੀ ਕਿ 5 ਸਾਲਾਂ ਦੇ ਕਰੀਬਨ ਇਹ ਜ਼ਿਆਦਾ ਇਨਫਲੂਐਂਸ਼ੀਅਲ ਹੁੰਦਾ ਹੈ, ਜ਼ਿਆਦਾ ਪ੍ਰਭਾਵਿਤ ਹੁੰਦਾ ਹੈ। ਠੀਕ ਹੈ, ਇਹ ਹੁੰਦਾ ਕੀ ਹੈ? ਦੇਖੋ ਕੋਈ ਵੀ ਵਿਅਕਤੀ ਹੈ, ਚਾਹੇ ਉਹ ਗਰਲ ਹੈ, ਬੋਆਏ ਹੈ, ਮੈਨ ਹੈ, ਵੂਮੈਨ ਹੈ, ਜੋ ਵੀ ਹੈ, ਠੀਕ ਹੈ, ਉਹਦੇ ਲਿੰਗ ਨੂੰ ਲੈ ਕੇ ਉਹਦਾ ਜੋ ਬਾਇਓਲੋਜੀਕਲ ਟਰਮ ਹੈ ਉਹਦੇ ਕੋਲ, ਹੈ ਨਾ, ਉਹਨੂੰ ਲੈ ਕੇ ਜੋ ਵੀ ਆਪਾਂ ਐਕਸਪੈਕਟੇਸ਼ਨ ਰੱਖਦੇ ਹਾਂ ਜਾਂ ਸੋਸਾਇਟੀ ਜੋ ਵੀ ਉਹਦੇ ਤੋਂ ਐਕਸਪੈਕਟੇਸ਼ਨ ਰੱਖਦੀ ਹੈ ਤਾਂ ਉਹਨੂੰ ਆਪਾਂ ਜੈਂਡਰ ਟਾਈਪਿੰਗ ਕਹਿ ਦਿੰਦੇ ਹਾਂ ਜਾਂ ਜੈਂਡਰ ਰੋਲਸ ਟਾਈਪਿੰਗ ਕਹਿ ਦਿੰਦੇ ਹਾਂ। ਠੀਕ ਹੈ, ਇਹ ਕਿਹਨਾਂ ਦੇ ਦੁਆਰਾ ਹੁੰਦਾ ਹੈ? ਦੇਖੋ ਪਰਿਵਾਰ ਹੈ, ਫੈਮਿਲੀ ਹੈ, ਉਹ ਵੀ ਰੱਖਦੇ ਨੇ, ਹੈ ਨਾ, ਵੀ ਮਤਲਬ ਜੋ ਉਹਨਾਂ ਦਾ ਹੈਗਾ ਆਪਣੇ ਕੋਲ ਬਾਇਓਲੋਜੀਕਲ ਸੈਕਸ ਜੋ ਵੀ ਉਹਨਾਂ ਦਾ ਹੈਗਾ ਉਸ ਬਿਹਾਫ 'ਤੇ ਉਹਨਾਂ ਤੋਂ ਉਮੀਦਾਂ ਰੱਖਦੇ ਨੇ, ਹੈ ਨਾ। ਜੇਕਰ ਕੋਈ ਵੂਮੈਨ ਹੈ, ਆਪਾਂ ਆਪਣੇ ਪਰਿਵਾਰ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਐਕਸਪੈਕਟੇਸ਼ਨ ਹੁੰਦੀਆਂ ਨੇ, ਪੁਰਾਣੇ ਜਿਹੜੇ ਲੋਕ ਨੇ, ਹੈ ਨਾ, ਜੋ ਵੀ ਉਹਨਾਂ ਦੀ ਥਿੰਕਿੰਗ ਹੈ ਉਹ ਸੋਚਦੇ ਨੇ ਵੀ ਜਿਹੜੀ ਔਰਤ ਹੈ ਉਹ ਘਰ ਸਾਂਭੇ, ਖਾਣਾ ਬਣਾਵੇ, ਲੇਕਿਨ ਜਿਹੜਾ ਮੈਨ ਹੈ ਨਾ, ਪੁਰਸ਼ ਹੈ, ਉਹ ਬਾਹਰ ਦਾ ਕੰਮ ਸਾਂਭੇ। ਤਾਂ ਇਹ ਕੀ ਹੈ? ਸੋਸਾਇਟੀ ਦੀਆਂ ਐਕਸਪੈਕਟੇਸ਼ਨਸ ਨੇ, ਉਹ ਕਿਹਨਾਂ ਦੁਆਰਾ ਹੁੰਦੀਆਂ ਨੇ? ਫੈਮਿਲੀ ਹੋ ਗਿਆ, ਮੈਰਿਜ ਹੋ ਗਈ, ਮੀਡੀਆ, ਐਜੂਕੇਸ਼ਨ, ਬੁੱਕਸ, ਕਰਿਕੂਲਮ, ਇਹ ਸਾਰੀਆਂ ਚੀਜ਼ਾਂ ਦੇ ਦੁਆਰਾ ਇਹ ਪ੍ਰਭਾਵਿਤ ਹੁੰਦਾ ਹੈ। ਕਲੀਅਰ ਹੈ। ਸੈਕਿੰਡ ਟਰਮ ਹੈਗੀ ਹੈ ਜੀ ਆਪਣੇ ਕੋਲ ਜੈਂਡਰ ਸਟੀਰੀਓਟਾਈਪਿੰਗ। ਵੈਰੀ ਵੈਰੀ ਇੰਪੋਰਟੈਂਟ ਹੈ। ਦੇਖੋ ਇਹ ਸਿੰਪਲ ਸੀਗਾ, ਜਿਸ ਦੇ ਵਿੱਚ ਸਮਾਜ ਦੇ ਵਿੱਚ ਜੋ ਵੀ ਐਕਸਪੈਕਟੇਸ਼ਨਸ ਹੁੰਦੀਆਂ ਨੇ, ਠੀਕ ਹੈ, ਉਹ ਦੱਸੀਆਂ ਜਾਂਦੀਆਂ ਨੇ, ਲੇਕਿਨ ਜਿਹੜਾ ਇਹ ਹੈ ਜਿਸ ਦਾ ਨਾਮ ਹੈਗਾ ਜੈਂਡਰ ਸਟੀਰੀਓਟਾਈਪਿੰਗ, ਇਹ ਬਹੁਤ ਇੰਪੋਰਟੈਂਟ ਹੈ। ਇਹ ਕੀ ਹੁੰਦਾ ਹੈ? ਇਹਨੂੰ ਆਪਾਂ ਡਿਸਕ੍ਰਿਮੀਨੇਸ਼ਨ ਬਾਇਸ ਵੀ ਕਹਿ ਦਿੰਦੇ ਹਾਂ। ਠੀਕ ਹੈ, ਡਿਸਕ੍ਰਿਮੀਨੇਸ਼ਨ ਬਾਇਸ ਇਹ ਕੀ ਹੁੰਦਾ ਹੈ? ਇਹਦਾ ਮਤਲਬ ਹੈ ਦੋ ਜੈਂਡਰ ਦੇ ਵਿੱਚ ਜਾਂ, ਹੈ ਨਾ, ਦੋਨਾਂ ਦੇ ਵਿੱਚ ਭੇਦਭਾਵ ਕਰਨਾ। ਬਾਇਸ ਯਾਨੀ ਭੇਦਭਾਵ, ਜਿਵੇਂ ਪੁਰਾਤਨ ਵਿਚਾਰਾਂ ਦੇ ਅਨੁਸਾਰ ਹੁੰਦਾ ਹੈ। ਇਹਨੂੰ ਇੰਗਲਿਸ਼ ਦੇ ਵਿੱਚ ਆਪਾਂ ਡਿਸਕ੍ਰਿਮੀਨੇਸ਼ਨ ਬਾਇਸ ਕਹਾਂਗੇ, ਜਦ ਕਿ ਪੰਜਾਬੀ ਦੇ ਵਿੱਚ ਇਸ ਨੂੰ ਕਹਾਂਗੇ ਲਿੰਗ ਰੂੜੀਬੱਧਤਾ। ਲਿੰਗ ਰੂੜੀਬੱਧਤਾ। ਠੀਕ ਹੈ, ਜੈਂਡਰ ਸਟੀਰੀਓਟਾਈਪਿੰਗ। ਤਾਂ ਇਹਦੇ ਵਿੱਚ ਕੀ ਹੈ? ਇਹ ਇੱਕ ਤਰੀਕੇ ਨਾਲ ਨੈਗੇਟਿਵ ਇੰਪੈਕਟ ਹੈ ਜੀ, ਇਹ ਫਿਕਸਡ ਕਹਿ ਦਿਓ ਤੁਸੀਂ। ਇਹ ਕੀ ਹੈ? ਇਹ ਇਕੁਐਲਿਟੀ ਦੇ ਬਿਲਕੁਲ ਅਪੋਜ਼ਿਟ ਹੈ। ਸਟਾਰਟਿੰਗ ਦੇ ਵਿੱਚ ਆਪਾਂ ਨੇ ਇੱਕ ਵਰਡ ਪੜ੍ਹਿਆ ਸੀ ਇਕੁਐਲਿਟੀ, ਯਾਨੀ ਬਰਾਬਰਤਾ, ਜਿਸ ਦੇ ਵਿੱਚ ਕੋਈ ਭੇਦਭਾਵ ਨਾ ਹੋਵੇ, ਜਦ ਕਿ ਜੈਂਡਰ ਸਟੀਰੀਓਟਾਈਪਿੰਗ ਇਹਦੇ ਬਿਲਕੁਲ ਉਲਟ ਹੈ, ਜਿਸ ਦੇ ਵਿੱਚ ਕੀ ਭੇਦਭਾਵ ਹੁੰਦਾ ਹੈ, ਪੱਖਪਾਤ ਹੁੰਦਾ ਹੈ, ਜਿਸ ਦੇ ਵਿੱਚ ਕਿਸੇ ਇੱਕ ਨੂੰ ਤਰਜੀਹ ਦਿੱਤੀ ਜਾਂਦੀ ਹੈ, ਜਾਂ ਫਿਰ ਮੈਨਸ ਨੂੰ ਜਾਂ ਫਿਰ ਵੂਮੈਨਸ ਨੂੰ, ਦੋਨਾਂ ਦੇ ਵਿੱਚੋਂ ਇੱਕ ਨੂੰ ਤਰਜੀਹ ਮਿਲੇਗੀ। ਠੀਕ ਹੈ, ਉਸ ਨੂੰ ਆਪਾਂ ਕਹਾਂਗੇ ਜੈਂਡਰ ਸਟੀਰੀਓਟਾਈਪਿੰਗ, ਜਿਸ ਦੇ ਵਿੱਚ ਆਪਾਂ ਭੇਦਭਾਵ ਕਰਦੇ ਹਾਂ, ਡਿਸਕ੍ਰਿਮੀਨੇਸ਼ਨ ਕਰਦੇ ਹਾਂ। ਠੀਕ ਹੈ, ਜੇ ਉੱਥੇ ਬਾਇਸ ਵਰਡ ਆ ਗਿਆ, BIAS ਬਾਇਸ ਜਾਂ ਫਿਰ ਡਿਸਕ੍ਰਿਮੀਨੇਸ਼ਨ, ਉਹਦਾ ਮਤਲਬ ਹੀ ਇਹੀ ਹੈ ਕਿ ਉੱਥੇ ਇਕੁਐਲਿਟੀ ਨਹੀਂ ਹੈਗੀ, ਬਰਾਬਰਤਾ ਨਹੀਂ ਹੈਗੀ, ਦੋਨਾਂ ਦੇ ਵਿੱਚ ਜਿਹੜਾ ਭੇਦਭਾਵ ਹੈਗਾ ਏ। ਕਲੀਅਰ ਹੈ? ਦੋਨੋਂ ਚੀਜ਼ਾਂ ਸਮਝ ਆ ਗਈਆਂ। ਹੁਣ ਥਰਡ ਟਰਮ ਹੈ ਜੀ ਜੈਂਡਰ ਕੰਸਟੈਂਸੀ। ਵੈਰੀ ਵੈਰੀ ਇੰਪੋਰਟੈਂਟ ਹੈ। ਦੇਖੋ ਫਸਟ ਟਰਮ ਆਪਾਂ ਨੇ ਪੜ੍ਹੀ ਸੀਗੀ ਉੱਪਰ, ਇਹ ਪੜ੍ਹੀ ਸੀ ਜੈਂਡਰ ਟਾਈਪਿੰਗ, ਇਹ ਵੀ ਕਲੀਅਰ ਹੈ। ਸੈਕਿੰਡ ਪੜ੍ਹਿਆ ਆਪਾਂ ਨੇ ਜੈਂਡਰ ਸਟੀਰੀਓਟਾਈਪਿੰਗ, ਇਹ ਵੀ ਸਮਝ ਆ ਗਿਆ। ਹੁਣ ਥਰਡ ਹੈ ਜੈਂਡਰ ਕੰਸਟੈਂਸੀ। ਵੈਰੀ ਵੈਰੀ ਇੰਪੋਰਟੈਂਟ। ਜੈਂਡਰ ਕੰਸਟੈਂਸੀ ਕੀ ਹੁੰਦਾ ਹੈ ਜੀ? ਦੇਖੋ ਆਪਾਂ ਨੂੰ ਪਤਾ ਹੈ ਵੀ ਹੌਲੀ ਹੌਲੀ ਬੱਚੇ ਵੱਡੇ ਹੁੰਦੇ ਨੇ, ਉਹਨਾਂ ਨੂੰ ਪਤਾ ਲੱਗਣ ਲੱਗ ਜਾਂਦਾ ਵੀ ਉਹਨਾਂ ਨੇ ਕਿਹੜਾ ਵਾਸ਼ਰੂਮ ਯੂਜ਼ ਕਰਨਾ, ਲੇਡੀਜ਼ ਵਾਲਾ ਜਾਂ ਜੈਂਟਸ ਵਾਲਾ, ਹੈ ਨਾ। ਲੇਕਿਨ ਜਦੋਂ ਬੱਚੇ ਛੋਟੇ ਹੁੰਦੇ ਨੇ, ਕੀ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਕਿਹੜੇ ਵਾਸ਼ਰੂਮ 'ਚ ਜਾਣਾ ਹੈ? ਨਹੀਂ, ਕਿਉਂਕਿ ਉਹਨਾਂ ਨੂੰ ਇੰਨੀ ਸਮਝ ਨਹੀਂ ਹੁੰਦੀ। ਕਲੀਅਰ ਹੈ?
ਤਾਂ ਇਸ ਦੇ ਵਿੱਚ ਕੀ ਹੁੰਦਾ ਹੈ, ਇਸ ਦੇ ਵਿੱਚ ਦੇਖੋ ਜਿਹੜਾ ਬੱਚਾ ਹੈ ਉਹ ਅੰਡਰਸਟੈਂਡ ਕਰ ਲੈਂਦਾ ਹੈ। ਕੀ ਅੰਡਰਸਟੈਂਡ ਕਰਦਾ ਹੈ? ਚਾਈਲਡ ਅੰਡਰਸਟੈਂਡ ਦੈਟ ਦੇਅਰ ਜੈਂਡਰ ਇਜ਼ ਕੌਨਸਟੈਂਟ ਨੋਟ ਕੈਨਟ ਬੀ ਚੇਂਜਡ। ਯਾਨੀ ਕਿ ਜੋ ਵੀ ਉਹਦਾ ਜੈਂਡਰ ਹੈ, ਜੇ ਉਹ ਮੇਲ ਹੈ ਜਾਂ ਫਿਰ ਫੀਮੇਲ ਹੈ, ਉਹਨੂੰ ਉਹ ਚੇਂਜ ਨਹੀਂ ਕਰ ਸਕਦਾ। ਇਹ ਚੀਜ਼ ਜਦੋਂ ਬੱਚਾ ਸਮਝ ਲੈਂਦਾ ਹੈ, ਉਹਨੂੰ ਆਪਾਂ ਕਹਿੰਦੇ ਹਾਂ ਜੈਂਡਰ ਕੰਸਟੈਂਸੀ। ਉਹਨੂੰ ਸਮਝ ਆ ਜਾਂਦਾ ਵੀ ਮੈਂ ਇੱਕ ਮੇਲ ਪਰਸਨ ਆ ਤਾਂ ਮੈਂ ਫੀਮੇਲ ਨਹੀਂ ਹੋ ਸਕਦਾ, ਜਾਂ ਫਿਰ ਫੀਮੇਲ ਹੈ ਤਾਂ ਉਹਨੂੰ ਪਤਾ ਲੱਗ ਜਾਂਦਾ ਵੀ ਮੈਂ ਫੀਮੇਲ ਆ, ਮੈਂ ਪੁਰਸ਼ ਨਹੀਂ ਹੋ ਸਕਦਾ, ਹੈ ਨਾ। ਇਹ ਕੀ ਹੈ? ਜੈਂਡਰ ਕੰਸਟੈਂਸੀ ਹੈ। ਤਾਂ ਇਹ ਸਮਝ ਜਿਹੜੀ ਹੈ ਬੱਚੇ ਨੂੰ 3.5-4 ਸਾਲ ਦੇ ਲਗਭਗ ਜਿਹੜੀ ਆ ਜਾਂਦੀ ਹੈ। ਆਪਾਂ ਨੇ ਇੱਕ ਥਿਊਰੀ ਪੜ੍ਹੀ ਸੀ ਜੀ ਕੋਹਲਬਰਗ ਦੀ, ਉਸ ਦੇ ਵਿੱਚ ਵੀ ਉਹਨਾਂ ਨੇ 2 ਤੋਂ 7 ਸਾਲ ਦੀ ਉਮਰ ਦੇ ਵਿੱਚ ਦੱਸਿਆ ਸੀ ਕਿ ਜੈਂਡਰ ਕੰਸਟੈਂਸੀ ਜਿਹੜੀ ਹੈ ਉਹ ਆ ਜਾਂਦੀ ਹੈ। ਕਲੀਅਰ ਹੈ? ਇੰਨੀ ਗੱਲ ਸਮਝ ਆ ਗਈ। ਬਰਗ ਦੀ ਥਿਊਰੀ ਦੇ ਵਿੱਚ ਵੀ ਆਪਾਂ ਨੇ ਇਹਦੇ ਬਾਰੇ ਪੜ੍ਹਿਆ ਸੀ। ਦੇਖੋ ਇਹਦੇ ਵਿੱਚ ਕੀ ਹੈ, ਇਹਦੇ ਵਿੱਚ ਪਾਸਟ ਬਿਲੀਫਸ ਹੁੰਦੇ ਨੇ ਕੋਹਲਬਰਗ ਦੀ ਥਿਊਰੀ ਦੇ ਅਕੋਰਡਿੰਗ, ਜਿਸ ਦੇ ਵਿੱਚ ਕਿਡਸ ਵੈਨ ਦੇ ਕਮ ਟੂ ਅੰਡਰਸਟੈਂਡ ਦੈਟ ਦੇਅਰ ਜੈਂਡਰ ਇਜ਼ ਫਿਕਸਡ, ਯਾਨੀ ਕਿ ਉਹਨਾਂ ਦਾ ਜੋ ਵੀ ਬਾਇਓਲੋਜੀਕਲ ਪਾਰਟ ਹੈ ਉਹ ਫਿਕਸ ਹੈ, ਉਹਨੂੰ ਚੇਂਜ ਨਹੀਂ ਕੀਤਾ ਜਾ ਸਕਦਾ। ਠੀਕ ਹੈ, ਇਹ ਚੀਜ਼ ਜਿਹੜਾ ਬੱਚਾ ਸਮਝਣ ਲੱਗ ਜਾਂਦਾ ਹੈ। ਕਲੀਅਰ ਹੈ? ਇੰਨੀ ਗੱਲ ਸਮਝ ਆ ਗਈ। ਤਿੰਨੋਂ ਟਰਮਸ ਆਈ ਹੋਪ ਤੁਹਾਨੂੰ ਜਿਹੜੀਆਂ ਕਲੈਰੀਫਾਈ ਹੋ ਗਈਆਂ ਹੋਣੀਆਂ ਹਨ ਬਿਲਕੁਲ ਧਿਆਨ ਨਾਲ। ਤਾਂ ਹੁਣ ਦੇਖੋ ਇਹ ਜਿਹੜੀਆਂ 3 ਟਰਮਸ ਆਪਾਂ ਨੇ ਪੜ੍ਹੀਆਂ ਨੇ, ਇਹਨਾਂ ਦੇ ਵਿੱਚ ਇੱਕ ਪੁਆਇੰਟ ਹੋਰ ਹੈ, ਉਹ ਤੁਸੀਂ ਐਡ ਕਰਨਾ ਹੈ ਜੀ। ਜਿਹੜਾ ਆਪਾਂ ਨੇ ਸਟਾਰਟਿੰਗ ਦੇ ਵਿੱਚ ਇਕੁਐਲਿਟੀ ਵਰਡ ਯੂਜ਼ ਕਰਿਆ ਸੀ, ਯਾਨੀ ਕਿ ਸਮਾਨਤਾ, ਹੈ ਨਾ। ਤਾਂ ਜੇਕਰ ਉੱਥੇ ਇਕੁਐਲਿਟੀ ਦੀ ਬਜਾਏ ਜੈਂਡਰ ਪੈਰਿਟੀ ਲਿਖਿਆ ਹੋਇਆ ਆਵੇ, ਜੈਂਡਰ ਪੈਰਿਟੀ, PARITY, ਪੈਰਿਟੀ, ਇਹਦਾ ਮਤਲਬ ਵੀ ਕੀ ਹੈ? ਸਮਾਨਤਾ। ਇਹ ਨਾ ਦੇਖਿਓ ਉੱਥੇ ਐਗਜ਼ਾਮ ਦੇ ਵਿੱਚ ਵੀ ਇਕੁਐਲਿਟੀ ਤਾਂ ਹੈ ਨਹੀਂ, ਇਹ ਨਵੀਂ ਟਰਮ ਆ ਗਈ। ਨੋ, ਜੈਂਡਰ ਪੈਰਿਟੀ ਦਾ ਮਤਲਬ ਵੀ ਸਮਾਨਤਾ ਹੁੰਦਾ, ਇਕੁਐਲਿਟੀ, ਇਹ ਦੋਨੋਂ ਸੇਮ ਮੀਨਿੰਗ ਵਾਲੀਆਂ ਨੇ। ਜੈਂਡਰ ਤੇ ਜੈਂਡਰ ਪੈਰਿਟੀ ਤੇ ਆਪਣੇ ਕੋਲ ਇਕੁਐਲਿਟੀ ਦੋਨੋਂ ਸੇਮ ਨੇ। ਠੀਕ ਹੈ, ਲੇਕਿਨ ਜੇਕਰ ਉੱਥੇ ਆ ਗਿਆ ਡਿਸਕ੍ਰਿਮੀਨੇਸ਼ਨ ਜਾਂ ਫਿਰ ਬਾਇਜ਼, ਜਾਂ ਫਿਰ ਇਸ ਤੋਂ ਬਿਨਾਂ ਆ ਗਿਆ ਬਾਇਜ਼ਨੈਸ, ਠੀਕ ਹੈ, ਤਾਂ ਇਹਦਾ ਮਤਲਬ ਹੈ ਭੇਦਭਾਵ, ਜਿੱਥੇ ਦੋ ਚੀਜ਼ਾਂ ਜਿਹੜੀਆਂ ਨੇ ਬਰਾਬਰ ਨਹੀਂ ਹੈਗੀਆਂ। ਕਲੀਅਰ ਹੈ? ਨੋਟ ਇਕੁਐਲਿਟੀ ਨੂੰ ਆਪਾਂ ਕਹਾਂਗੇ, ਜਾਂ ਫਿਰ ਟਰੈਡੀਸ਼ਨਲ, ਜਾਂ ਫਿਰ ਆਪਾਂ ਕਹਿ ਲਓ ਪੁਰਾਣੇ ਖਿਆਲਾਂ ਵਾਲੇ। ਠੀਕ ਹੈ, ਇਹ ਚੀਜ਼ਾਂ ਕੰਪਲੀਟ ਨੇ। ਬਹੁਤ ਹੀ ਛੋਟਾ ਚੈਪਟਰ ਸੀ, ਬਹੁਤ ਹੀ ਸਿੰਪਲ ਸ਼ਬਦਾਂ ਦੇ ਵਿੱਚ ਆਪਾਂ ਨੇ ਕਵਰ ਕਰਿਆ। ਇਹ ਤੋਂ ਬਿਨਾਂ ਜਿਹੜਾ ਐਗਜ਼ਾਮ ਦੇ ਵਿੱਚ ਕੁਐਸਚਨ ਜਿਹੜਾ ਕਿਤੋਂ ਵੀ ਨਹੀਂ ਆਉਣ ਵਾਲਾ। ਸਿਰਫ ਇਹੀ 2-3 ਟਰਮਸ ਸੀਗੀਆਂ ਇਸ ਚੈਪਟਰ ਦੇ ਵਿੱਚ ਜਿਹੜੀਆਂ ਕਿ ਸਮਝਣੀਆਂ ਜ਼ਰੂਰੀ ਸਨ। ਹੁਣ ਆਪਾਂ ਕਰਦੇ ਹਾਂ ਜੀ ਪ੍ਰੀਵੀਅਸ ਈਅਰ ਕੁਐਸਚਨ ਜੋ ਕਿ ਇਸ ਐਗਜ਼ਾਮ ਦੇ ਵਿੱਚੋਂ ਆਉਂਦੇ ਨੇ। ਕਲੀਅਰ ਹੈ? ਇਸ ਚੈਪਟਰ ਨੂੰ ਦੇਖੋ PSTET ਦੇ ਵਿੱਚ ਕਿਉਂ ਐਡ ਕੀਤਾ ਜਾਂਦਾ ਹੈ ਕਿ ਜਿਹੜੇ ਵੁੱਡ ਬੀ ਟੀਚਰ ਨੇ, ਜਿਹੜੇ ਬਣਨ ਵਾਲੇ ਟੀਚਰ ਨੇ, ਉਹ ਬਿਲਕੁਲ ਨਿਊਟਰਲ ਲੈਂਗੁਏਜ ਯੂਜ਼ ਕਰਨ। ਨਿਊਟਰਲ ਕੀ ਹੁੰਦੀ ਹੈ ਜੀ? ਨਿਊਟਰਲ ਲੈਂਗੁਏਜ, ਯਾਨੀ ਕਿ ਜਿਸ ਦੇ ਵਿੱਚ ਕੋਈ ਭੇਦਭਾਵ ਨਾ ਹੋਵੇ, ਭੇਦਭਾਵ ਰਹਿਤ ਭਾਸ਼ਾ। ਠੀਕ ਹੈ, ਜਿਵੇਂ ਆਪਾਂ ਕਹਿ ਦਿੰਦੇ ਹਾਂ, ਦੇਖੋ ਇੱਕ ਹੁੰਦਾ ਐਗਜ਼ਾਮਪਲ ਦੇ ਤੌਰ 'ਤੇ ਲੈ ਕੇ ਚੱਲੋ, ਬਹੁਤ ਹੀ ਸਿੰਪਲ ਐਗਜ਼ਾਮਪਲ ਹੈ। ਇੱਕ ਹੁੰਦਾ ਹੈ ਜੀ ਕੈਮਰਾਮੈਨ, ਆਪਾਂ ਕਹਿ ਦਿੰਦੇ ਹਾਂ ਕੈਮਰਾਮੈਨ ਨੂੰ ਬੁਲਾਓ, ਤਾਂ ਮੈਨ ਤੋਂ ਪਤਾ ਲੱਗ ਗਿਆ ਵੀ ਉਹ ਕੋਈ ਪੁਰਸ਼ ਹੋਊਗਾ, ਮੇਲ ਹੋਊਗਾ। ਲੇਕਿਨ ਜੇ ਆਪਾਂ ਕੈਮਰਾਮੈਨ ਦੀ ਬਜਾਏ ਆਪਾਂ ਉੱਥੇ ਯੂਜ਼ ਕਰ ਲਈਏ ਕੈਮਰਾ ਪਰਸਨ, ਠੀਕ ਹੈ, ਕੈਮਰਾ ਪਰਸਨ, ਤਾਂ ਤੁਹਾਨੂੰ ਕਲੈਰੀਫਿਕੇਸ਼ਨ ਨਹੀਂ ਹੋਣੀ ਵੀ ਉਹ ਕੋਈ ਮੇਲ ਹੈ ਜਾਂ ਫੀਮੇਲ ਹੈ। ਕੈਮਰਾ ਪਰਸਨ, ਹੈ ਨਾ, ਜੋ ਕਿ ਕਹਿ ਲਓ ਵੀ ਜੇ ਆਪਾਂ ਸਮਾਨਤਾ ਦੇ ਅਕੋਰਡਿੰਗ ਦੇਖਿਆ ਜਾਵੇ ਤਾਂ ਸਹੀ ਹੈ। ਠੀਕ ਹੈ, ਜਦੋਂ ਆਪਾਂ ਕੈਮਰਾਮੈਨ ਕਹਿ ਰਹੇ ਹਾਂ ਤਾਂ ਆਪਾਂ ਇੱਕ ਨੂੰ ਤਰਜੀਹ ਦੇ ਰਹੇ ਹਾਂ ਵੀ ਕਿ ਸਿਰਫ ਇੱਕ ਪੁਰਸ਼ ਨੂੰ, ਲੇਕਿਨ ਜਦੋਂ ਆਪਾਂ ਕੈਮਰਾ ਪਰਸਨ ਕਹਿ ਦਿੰਦੇ ਹਾਂ ਤਾਂ ਦੋਨੋਂ ਤਰੀਕੇ ਨਾਲ ਜਿਹੜੇ ਆਪਾਂ ਦੱਸ ਸਕਦੇ ਹਾਂ। ਕਲੀਅਰ ਹੈ? ਇਹ ਕਿਉਂ ਜ਼ਰੂਰੀ ਹੁੰਦੇ ਨੇ? ਦੇਖੋ ਇਹ ਪੇਰੈਂਟਸ ਨੂੰ ਵੀ ਸਮਝਣੇ ਜ਼ਰੂਰੀ ਨੇ, ਇਹ ਟੀਚਰਸ ਨੂੰ, ਟੀਚਰਸ ਤੋਂ ਹੀ ਸ਼ੁਰੂ ਹੁੰਦੀਆਂ ਨੇ ਜੀ ਇਹ ਚੀਜ਼ਾਂ, ਤਾਂ ਹੀ ਇਹ ਚੈਪਟਰ ਜਿਹੜਾ ਹੈ PSTET ਦੇ ਵਿੱਚ ਐਡ ਕੀਤਾ ਗਿਆ, ਤਾਂ ਜੋ ਜਿਹੜੇ ਵੁੱਡ ਬੀ ਟੀਚਰਸ ਨੇ ਉਹਨਾਂ ਨੂੰ ਇਹਦੇ ਬਾਰੇ ਜਿਹੜਾ ਹੈ ਉਹ ਪੂਰੀ ਨੌਲੇਜ ਹੋਵੇ, ਪੂਰਾ ਗਿਆਨ ਹੋਵੇ। ਕਲੀਅਰ ਹੈ ਜੀ? ਅੱਗੇ ਵਧਦੇ ਹਾਂ ਜੀ ਆਪਾਂ। ਤਾਂ ਫਸਟ ਕੁਐਸਚਨ ਹੈ ਜੀ, ਮਰਦ ਅਤੇ ਔਰਤ ਦੇ ਵਿਵਹਾਰ ਦੀਆਂ ਸੱਭਿਆਚਾਰਕ ਉਮੀਦਾਂ ਨੂੰ ਕੀ ਕਿਹਾ ਜਾਂਦਾ ਹੈ? ਜਿਹੜੀ ਕਿ ਮੈਂ ਤੁਹਾਨੂੰ ਦੱਸਿਆ ਸੀ ਕਲਚਰਲ ਐਕਸਪੈਕਟੇਸ਼ਨ, ਜੋ ਕਿ ਸੁਸਾਇਟੀ ਇੱਕ ਮੇਲ ਜਾਂ ਫੀਮੇਲ ਦੇ ਤੌਰ 'ਤੇ ਲੋਕਾਂ ਤੋਂ ਲਗਾਉਂਦੀ ਹੈ। ਜੇਕਰ ਮੰਨ ਲਓ ਕੋਈ ਫੀਮੇਲ ਪਰਸਨ ਹੈ ਤਾਂ ਪੂਰਾ ਸਮਾਜ ਇਹੀ ਐਕਸਪੈਕਟ ਕਰੇਗਾ ਕਿ ਉਹ ਘਰ-ਬਾਰ ਸਾਂਭੇ, ਹੈ ਨਾ, ਇੱਕ ਐਜ਼ ਅ ਗਰਲ, ਐਜ਼ ਅ ਵੂਮੈਨ ਉਹ ਸਿਰਫ ਘਰ ਨੂੰ ਦੇਖੇ, ਨਾ ਕਿ ਬਾਹਰ ਨੂੰ, ਹੈ ਨਾ। ਇਹ ਉਮੀਦ ਹੁੰਦੀ ਹੈ ਇੱਕ ਸਮਾਜ ਦੇ ਥਰੂ। ਤਾਂ ਇਹਨੂੰ ਕੀ ਕਹਾਂਗੇ ਆਪਾਂ? ਇਹਨੂੰ ਜੈਂਡਰ ਰੋਲਸ ਕਹਾਂਗੇ, ਜੈਂਡਰ ਟਾਈਪਸ ਕਹਾਂਗੇ, ਜੈਂਡਰ ਕੰਸਟੈਂਸਿਸ ਕਹਾਂਗੇ, ਜਾਂ ਫਿਰ ਜੈਂਡਰ ਆਈਡੈਂਟੀਟੀਜ਼ ਕਹਾਂਗੇ। ਤਾਂ ਇਹਨੂੰ ਕਹਾਂਗੇ ਜੀ ਜੈਂਡਰ ਰੋਲਸ। ਠੀਕ ਹੈ, ਯਾਨੀ ਕਿ ਜਦੋਂ ਇੱਕ ਸੱਭਿਆਚਾਰ ਜਾਂ ਸਮਾਜ ਵੱਲੋਂ ਉਮੀਦਾਂ ਹੁੰਦੀਆਂ ਨੇ ਉਹਨੂੰ ਆਪਾਂ ਕਹਾਂਗੇ ਜੈਂਡਰ ਰੋਲਸ, ਜਾਂ ਫਿਰ ਆਪਾਂ ਕਹਿ ਸਕਦੇ ਹਾਂ ਜੈਂਡਰ ਰੋਲਸ ਟਾਈਪਿੰਗ। ਕਲੀਅਰ ਹੈ? ਸੈਕਿੰਡ ਕੁਐਸਚਨ ਹੈ, ਇਹ ਇੱਕ ਮੰਨਿਆ ਤੱਥ ਹੈ ਕਿ ਔਰਤਾਂ ਵਧੀਆ ਅਧਿਆਪਕ ਬਣ ਸਕਦੀਆਂ ਹਨ, ਖਾਸ ਤੌਰ 'ਤੇ ਪ੍ਰਾਇਮਰੀ ਸਕੂਲਾਂ ਦੇ ਵਿੱਚ। ਇਸ ਦਾ ਕੀ ਕਾਰਨ ਹੈ? ਵੈਰੀ ਇੰਪੋਰਟੈਂਟ ਕੁਐਸਚਨ ਹੈ। ਦੇਖੋ ਫਸਟ ਆਪਸ਼ਨ ਹੈ, ਉਹ ਤਣਾਅ ਭਰਪੂਰ ਸਥਿਤੀਆਂ ਨੂੰ ਵਧੀਆ ਢੰਗ ਨਾਲ ਨਜਿੱਠ ਸਕਦੀਆਂ ਹਨ। ਸੈਕਿੰਡ ਹੈ, ਘੱਟ ਤਨਖਾਹ 'ਤੇ ਕੰਮ ਕਰਨ ਲਈ ਤਿਆਰ ਹਨ, ਉਹਨਾਂ ਨੂੰ ਰੁਜ਼ਗਾਰ ਦੀ ਜ਼ਿਆਦਾ ਲੋੜ ਹੈ, ਜਾਂ ਫਿਰ ਉਹ ਕਈ ਕੰਮ ਇਕੱਠੇ ਕਰਨ ਦੇ ਯੋਗ ਹੁੰਦੀਆਂ ਹਨ ਅਤੇ ਨਿਮਰ ਵੀ ਹੁੰਦੀਆਂ ਹਨ। ਬਿਲਕੁਲ ਦੇਖੋ ਆਪਾਂ ਮੋਸਟਲੀ ਭਾਰਤ ਦੁਆਲੇ ਵੱਡੇ ਸਕੂਲਾਂ 'ਚ, ਛੋਟੇ ਸਕੂਲਾਂ 'ਚ ਦੇਖਦੇ ਹਾਂ ਕਿ ਜਿਹੜੇ ਜ਼ਿਆਦਾਤਰ ਛੋਟੇ ਸਕੂਲ ਨੇ, ਪ੍ਰਾਇਮਰੀ ਸਕੂਲਸ ਨੇ, ਉੱਥੇ ਵਿੱਚ ਜ਼ਿਆਦਾਤਰ ਫੀਮੇਲ ਟੀਚਰਸ ਹੁੰਦੇ ਨੇ। ਕਿਉਂਕਿ ਉਹ ਛੋਟੇ ਬੱਚਿਆਂ ਨੂੰ ਜ਼ਿਆਦਾ ਵਧੀਆ ਡੀਲ ਕਰ ਸਕਦੇ ਨੇ, ਹੈ ਨਾ, ਕਿਉਂਕਿ ਉਹਨਾਂ ਦੇ ਵਿੱਚ ਇੱਕ ਮਮਤਾ ਵਾਲਾ ਐਲੀਮੈਂਟ ਹੁੰਦਾ ਹੈ, ਸੌਫਟ ਹਾਰਟ ਹੁੰਦੀਆਂ ਨੇ, ਤਾਂ ਕਰਕੇ ਉਹ ਜ਼ਿਆਦਾ ਯੋਗ ਹੁੰਦੀਆਂ ਨੇ, ਜ਼ਿਆਦਾ ਕੰਮ ਕਰਨ ਦੇ ਮਲਟੀਪਲ ਰੋਲਸ ਜਿਹੜੀਆਂ ਨੇ ਉਹ ਨਿਭਾਉਂਦੀਆਂ ਨੇ। ਇਸ ਕਰਕੇ ਇਹਦੇ ਵਿੱਚ ਜਿਹੜੀਆਂ ਨੇ ਪ੍ਰਾਇਮਰੀ ਦੇ ਵਿੱਚ ਜ਼ਿਆਦਾਤਰ ਫੀਮੇਲ ਟੀਚਰਸ ਦੇਖਣ ਨੂੰ ਮਿਲਦੀਆਂ ਨੇ। ਕਲੀਅਰ ਹੈ ਜੀ?
ਨੈਕਸਟ ਕੁਐਸਚਨ ਹੈ ਆਪਣੇ ਕੋਲ, ਵੱਧਦੇ ਹੋਏ ਰੂੜੀਵਾਦੀ ਰਵੱਈਏ ਵਿਵਹਾਰ ਅਤੇ ਪਾਰੰਪਰਿਕ ਲਿੰਗਿਕ ਪਛਾਣ ਦਾ ਰੁਝਾਨ ਅਖਵਾਉਂਦਾ ਹੈ। ਇੰਗਲਿਸ਼ ਦੇ ਵਿੱਚ ਪੜ੍ਹ ਸਕਦੇ ਹੋ ਤੁਸੀਂ, ਦ ਇਨਕਰੀਜ਼ਡ ਸਟੀਰੀਓਟਾਈਪਿੰਗ ਆਫ ਐਟੀਟਿਊਡਸ ਬਿਹੇਵੀਅਰ ਐਂਡ ਮੂਵਮੈਂਟ ਟੂਵਰਡ ਅ ਮੋਰ ਟ੍ਰੈਡੀਸ਼ਨਲ ਜੈਂਡਰ ਆਈਡੈਂਟੀਟੀ ਇਜ਼ ਕਾਲਡ ਐਜ਼ ਡੈਸ਼। ਕੀ ਕਹਿੰਦੇ ਆਪਾਂ ਉਹਨੂੰ ਆਪਾਂ ਕਹਿ ਦਿੰਦੇ ਹਾਂ ਜੀ ਜੈਂਡਰ ਇੰਟੈਂਸੀਫਿਕੇਸ਼ਨ, ਯਾਨੀ ਕਿ ਜੈਂਡਰ ਪ੍ਰਬਲਤਾ। ਕਲੀਅਰ ਹੈ। ਕੀ ਮਤਲਬ ਹੈ ਇਹਦਾ ਹੈ ਕਿ ਜੋ ਹੁਣ ਆਪਣੇ ਕੋਲ ਨਿਊ ਟਾਈਮਿੰਗ ਚੱਲ ਰਿਹਾ, ਯਾਨੀ ਕਿ ਪੁਰਾਣੇ ਸਮੇਂ ਨੂੰ ਛੱਡ ਕੇ ਆਪਾਂ ਜਿਹੜਾ ਹੁਣ ਸਮਾਂ ਚੱਲ ਰਿਹਾ ਏ ਉਹਦੇ ਬਿਹਾਫ 'ਤੇ ਜੇ ਆਪਾਂ ਗੱਲ ਕਰ ਲਈਏ ਟ੍ਰੈਡੀਸ਼ਨਲ ਜੈਂਡਰ ਜਿਹੜੀ ਆਈਡੈਂਟੀਟੀ ਆ ਉਹਨੂੰ ਆਪਾਂ ਕੀ ਕਹਾਂਗੇ, ਉਹਨੂੰ ਕਹਾਂਗੇ ਜੀ ਜੈਂਡਰ ਇੰਟੈਂਸੀਫਿਕੇਸ਼ਨ। ਨੈਕਸਟ ਕੁਐਸਚਨ ਹੈ, ਜੈਂਡਰ ਕੀ ਹੈ? ਜੈਂਡਰ ਇੱਕ ਸਮਾਜਿਕ ਆੜਤ ਹੈ, ਭਾਵਨਾਤਮਕ ਆੜਤ ਹੈ, ਮਨੋਵਿਗਿਆਨਕ ਆੜਤ ਹੈ ਜਾਂ ਫਿਰ ਸਰੀਰਕ ਕਿਰਿਆਤਮਕ ਆੜਤ ਹੈ। ਤਾਂ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਹੀ ਦੱਸਿਆ ਸੀ ਕਿ ਜਿਹੜਾ ਜੈਂਡਰ ਹੈ ਉਹ ਇੱਕ ਸੋਸ਼ਲ ਕੰਸਟਰਕਟ ਹੈ ਜਿਸ ਦੇ ਵਿੱਚ ਸਮਾਜਿਕ ਸੰਰਚਨਾ ਨੂੰ ਆਪਾਂ ਕਹਿ ਦਿੰਦੇ ਹੁੰਦੇ ਹਾਂ, ਠੀਕ ਹੈ, ਜਿਸ ਦੇ ਵਿੱਚ ਦੋਨੋਂ ਚੀਜ਼ਾਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲਦੀਆਂ ਨੇ। ਨੈਕਸਟ ਕੁਐਸਚਨ ਹੈ ਜੀ, ਹੇਠ ਲਿਖਿਆਂ ਵਿੱਚੋਂ ਕਿਹੜਾ ਉਹਨਾਂ ਸਾਧਕ ਯੁਕਤਾਂ ਦੇ ਪ੍ਰਵਰਗਾਂ ਨਾਲ ਸੰਬੰਧ ਨਹੀਂ ਰੱਖਦਾ ਜਿਸ ਵਿੱਚ ਔਰਤਾਂ ਆਮ ਤੌਰ 'ਤੇ ਮਸ਼ਰੂਫ ਰਹਿੰਦੀਆਂ ਹਨ? ਓਪਸ਼ਨ ਹੈ ਜੀ ਅਸੈਪਟੈਂਸ, ਰੈਜ਼ਿਸਟੈਂਸ, ਰਿਵੋਲਿਊਸ਼ਨ, ਅਡੈਪਟੇਸ਼ਨ। ਤਾਂ ਇਹਦਾ ਰਾਈਟ ਆਨਸਰ ਹੈ ਜੀ ਕ੍ਰਾਂਤੀ। ਕਲੀਅਰ ਹੈ, ਰਿਵੋਲਿਊਸ਼ਨ ਦੇ ਵਿੱਚ ਜ਼ਿਆਦਾਤਰ ਜਿਹੜੀਆਂ ਔਰਤਾਂ ਨੇ ਮਸ਼ਰੂਫ ਰਹਿੰਦੀਆਂ ਨੇ। ਠੀਕ ਹੈ, ਤਾਂ ਇਹ ਹੈਗੇ ਸੀ ਜੀ ਕੁਐਸਚਨਸ। ਬਹੁਤ ਹੀ ਛੋਟਾ ਜਿਹਾ ਚੈਪਟਰ ਸੀ, ਸਾਰਾ ਕਵਰ ਹੋ ਚੁੱਕਿਆ ਹੈ ਜੀ। ਹੁਣ ਦੇਖੋ ਇਸ ਚੈਪਟਰ ਦੇ ਵਿੱਚੋਂ ਜਿਹੜਾ ਆਪਾਂ ਨੇ ਚੈਪਟਰ ਕਰਿਆ ਜੈਂਡਰ ਵਾਲਾ, ਠੀਕ ਹੈ, ਇਸ ਚੈਪਟਰ ਦੇ ਮੈਂ ਤੁਹਾਨੂੰ 35 ਕੁਐਸਚਨ ਜਿਹੜੇ ਨੇ ਉਹ ਪ੍ਰੈਕਟਿਸ ਦੇ ਲਈ ਦੇ ਰਹੀ ਹਾਂ। ਠੀਕ ਹੈ, 35 ਪੂਰਾ PDF 35 ਕੁਐਸਚਨਸ ਦਾ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਵਿੱਚ ਅਵੇਲੇਬਲ ਹੋ ਜਾਏਗਾ ਇਸ ਚੈਪਟਰ ਦਾ। ਠੀਕ ਹੈ, ਇਸ ਚੈਪਟਰ ਨੂੰ ਲਗਾਉਣ ਤੋਂ ਬਾਅਦ ਤੁਸੀਂ ਇਹ 35 ਕੁਐਸਚਨ ਜਿਹੜੇ ਨੇ ਉਹ ਸੋਲਵ ਕਰਨੇ ਨੇ ਤਾਂ ਕਿ ਤੁਹਾਨੂੰ ਪਤਾ ਲੱਗ ਜਾਊਗਾ ਕਿ ਤੁਹਾਡਾ ਚੈਪਟਰ ਕਿਸ ਤਰੀਕੇ ਨਾਲ ਕਵਰ ਹੋਇਆ ਏ। ਇੱਕ ਗੱਲ ਹੋਰ ਯਾਦ ਰੱਖਿਓ, ਦੇਖੋ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਜਿਹੜੀਆਂ ਮੇਨ ਚੀਜ਼ਾਂ ਨੇ ਉਹ ਇੰਗਲਿਸ਼ ਦੇ ਵਿੱਚ ਕਵਰ ਕਰ ਲਓ। ਜਿਵੇਂ ਦੇਖੋ ਮੰਨ ਲਓ ਆਪਾਂ ਨੂੰ ਕੋਈ ਵਰਡ ਇਹੋ ਜਿਹਾ ਆ ਗਿਆ ਜਿਸ ਦਾ ਇੰਗਲਿਸ਼ ਦੇ ਵਿੱਚ ਤਾਂ ਆਪਾਂ ਇੱਕੋ ਹੀ ਅਰਥ ਕਹਾਂਗੇ ਲੇਕਿਨ ਪੰਜਾਬੀ ਦੇ ਵਿੱਚ ਉਹਨੂੰ ਕਈ ਤਰੀਕੇ ਨਾਲ ਬੋਲ ਸਕਦੇ ਹਾਂ, ਤਾਂ ਤੁਸੀਂ ਕਨਫਿਊਜ਼ ਨਾ ਹੋਵੋ। ਤਾਂ ਇਸ ਕਰਕੇ ਸਿਰਫ ਔਰ ਸਿਰਫ ਤੁਸੀਂ ਇੱਕ ਇੰਗਲਿਸ਼ ਦੇ ਵਿੱਚ ਯਾਦ ਕਰ ਲਿਓ ਉਸਨੂੰ ਸ਼ਬਦ ਨੂੰ ਆਪਾਂ ਕੀ ਕਹਾਂਗੇ। ਕਲੀਅਰ ਹੈ। ਤਾਂ ਇਹ ਜਿਹੜੇ 35 ਕੁਐਸਚਨਸ ਨੇ ਇਹ ਮੈਂ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਵਿੱਚ ਅਵੇਲੇਬਲ ਕਰਾ ਦੇਵਾਂਗੀ। ਤੁਸੀਂ ਉੱਥੇ ਜਾ ਕੇ ਜਿਹੜਾ ਇਹਨੂੰ ਸੋਲਵ ਆਊਟ ਕਰਕੇ ਦੇਖਿਓ ਕਿ ਸੋਲਵ ਹੁੰਦੇ ਨੇ ਜਾਂ ਨਹੀਂ। ਜੇਕਰ ਤੁਹਾਨੂੰ ਕਿਸੇ ਵੀ ਤਰੀਕੇ ਦੀ ਕੋਈ ਵੀ ਕੁਐਸਚਨ ਦੇ ਵਿੱਚ ਦਿੱਕਤ ਆਵੇ, ਕੋਈ ਵੀ ਡਾਊਟ ਹੋਵੇ, ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲੈਣਾ। ਠੀਕ ਹੈ, ਨੈਕਸਟ ਚੈਪਟਰ ਆਪਣਾ ਜਿਹੜਾ ਹੋਏਗਾ ਜੀ ਉਹ ਹੋਏਗਾ ਜੀ ਇੰਡੀਵਿਜੂਅਲ ਡਿਫਰੈਂਸਿਸ 'ਤੇ। ਠੀਕ ਹੈ, ਇੰਡੀਵਿਜੂਅਲ ਡਿਫਰੈਂਸਿਸ 'ਤੇ ਇਹ ਜਿਹੜੇ ਲਾਸਟ ਵਾਲੇ 2 ਚੈਪਟਰ ਨੇ ਆਪਾਂ ਇੱਕ ਵੀਡੀਓ ਦੇ ਵਿੱਚ ਕਵਰ ਕਰ ਲਾਂਗੇ, ਯਾਨੀ ਸਿਰਫ 2 ਵੀਡੀਓਜ਼ ਰਹਿ ਗਈਆਂ CDP ਦੀਆਂ, ਫਿਰ ਆਪਣਾ ਇਹ ਪੂਰਾ ਕਵਰ ਹੈ। ਫਿਰ ਆਪਾਂ ਪੈਡਾਗੋਜੀ ਨੂੰ ਕਰਾਂਗੇ ਕਵਰ। ਠੀਕ ਹੈ, ਬਹੁਤ ਹੀ ਜ਼ਿਆਦਾ ਇੰਟਰਸਟਿੰਗ ਹੁੰਦੀ ਹੈ ਪੈਡਾਗੋਜੀ, ਉਸ ਦੇ ਵਿੱਚ ਨਹੀਂ ਤੁਸੀਂ ਬੋਰ ਹੋਣਾ ਜਮਾ ਵੀ। ਇਹ ਟੌਪਿਕ ਜਿਹੜੇ ਹੁੰਦੇ ਨੇ ਥੋੜ੍ਹੇ ਸਮਝਣ ਵਾਲੇ ਹੁੰਦੇ ਨੇ, ਤਾਂ ਤੁਹਾਨੂੰ ਜਿਹੜਾ ਹੈ ਕਿਤੇ ਨਾ ਕਿਤੇ ਕੋਈ ਕੁਐਸਚਨ ਜਿਹੜਾ ਉਲਝੇਵੇਂ ਵਾਲਾ ਲੱਗਦਾ, ਲੇਕਿਨ ਪੈਡਾਗੋਜੀ ਬਹੁਤ ਹੀ ਸਿੰਪਲ ਭਾਸ਼ਾ ਦੇ ਵਿੱਚ ਸਮਝਾਂਗੇ। ਠੀਕ ਹੈ, ਆਪਾਂ ਤਾਂ ਨੈਕਸਟ ਚੈਪਟਰ ਦੇ ਵਿੱਚ ਆਪਾਂ ਇਹ ਚੈਪਟਰ ਕਰਨ ਵਾਲੇ ਹਾਂ ਜੀ। ਅਤੇ ਇਸ ਦੇ ਨਾਲ ਹੀ ਜੇਕਰ ਤੁਸੀਂ ਚੈਨਲ 'ਤੇ ਨਵੇਂ ਆਏ ਹੋ ਜੀ ਤਾਂ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਕਲਾਸਿਸ ਦੇ ਜਿਹੜੇ ਨੋਟੀਫਿਕੇਸ਼ਨ ਨੇ ਤੁਹਾਨੂੰ ਟਾਈਮ ਟੂ ਟਾਈਮ ਮਿਲਦੇ ਰਹਿਣ। ਟੈਲੀਗ੍ਰਾਮ ਗਰੁੱਪ ਨਾਲ ਜ਼ਰੂਰ ਜੁੜੋ, ਉੱਥੇ ਆਪਾਂ ਹਰ ਪ੍ਰਕਾਰ ਦੇ ਕੁਇਜ਼, ਜਾਣਕਾਰੀ PS ਟੈਟ ਸੰਬੰਧੀ ਜਾਂ ਫਿਰ ਕੋਈ ਵੀ ਟੌਪਿਕ ਦੇ ਰਿਲੇਟਡ ਜੇਕਰ ਤੁਹਾਨੂੰ PDF ਚਾਹੀਦਾ ਹੈ ਤਾਂ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਵਿੱਚ ਵੀ ਮਿਲੇਗਾ। ਕਲੀਅਰ ਹੈ, ਤਾਂ ਇਸ ਕਰਕੇ ਟੈਲੀਗ੍ਰਾਮ ਗਰੁੱਪ ਨਾਲ ਜ਼ਰੂਰ ਜੁੜੋ। ਜੇਕਰ ਵੀਡੀਓ ਵਧੀਆ ਲੱਗਿਆ ਲਾਈਕ ਸ਼ੇਅਰ ਜ਼ਰੂਰ ਕਰਨਾ ਨਾ ਭੁੱਲਣਾ ਜੀ। ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਵੀਡੀਓਜ਼ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ। ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ। ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ। ਥੈਂਕ ਯੂ।